हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 6ਵੇਂ ਚੈਪਟਰ ਦਾ ਫੈਂਸੀ ਡਰੈਸ ਸ਼ੋ ਜੋ ਕਿ ਇੱਕ ਪੋਇਮ ਹੈ। ਇਸ ਪੋਇਮ ਨੂੰ ਕਮਲਾ ਦਾਸ ਨੇ ਲਿਖਿਆ ਹੋਇਆ ਹੈ। ਇਸ ਪੋਇਮ ਦੇ ਅੱਜ ਅਸੀਂ ਆਪਾਂ ਕੁਐਸਚਨਸ ਆਨਸਰਸ ਡਿਸਕਸ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦੀ ਸਾਡੀ ਦੂਸਰੀ ਵੀਡੀਓ ਹੋਏਗੀ। ਸਟੂਡੈਂਟਸ, ਮੈਂ ਆਲਰੇਡੀ ਇਸ ਪੋਇਮ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਪੋਇਮ ਦੀ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਤੁਹਾਡੇ ਨਾਲ ਡਿਸਕਸ ਕੀਤੀ ਹੈ। ਇਸ ਦੇ ਵਿੱਚ ਮੈਂ ਇਸ ਚੈਪਟਰ ਦੇ ਵਿੱਚ ਜੋ ਪੋਇਟੈਸ ਦੇ ਬਾਰੇ ਇੱਕ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਵੀ ਤੁਹਾਡੇ ਨਾਲ ਡਿਸਕਸ ਕੀਤਾ ਹੈ ਅਤੇ ਉਸ ਤੋਂ ਬਾਅਦ ਸਾਰੀ ਪੋਇਮ ਦੇ ਕੰਪਲੀਟ ਟੈਕਸਟ ਨੂੰ ਮੈਂ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਸਮਝਾਇਆ ਹੈ। ਇਸ ਪੋਇਮ ਦੇ ਵਿੱਚ ਜਿੰਨੇ ਵੀ ਗਲੋਸਰੀ ਦੇ ਵਰਡਸ ਆਏ ਨੇ ਉਹ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਈਵਨ ਕਿ ਇਸ ਪੋਇਮ ਦੇ ਵਿੱਚ ਹੋਰ ਵੀ ਜੋ ਲਿਟਰੇਰੀ ਟਰਮਸ ਆਈਆਂ ਨੇ ਉਹ ਵੀ ਮੈਂ ਤੁਹਾਨੂੰ ਐਕਸਪਲੇਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰਾ ਵੀਡੀਓ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕੋਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਹ ਵੀਡੀਓ ਤੁਸੀਂ ਜ਼ਰੂਰ ਦੇਖੋ ਤਾਂ ਜੋ ਅੱਜ ਵਾਲੇ ਇਸ ਪੋਇਮ ਦੇ ਨਾਲ ਰਿਲੇਟਡ ਕੁਐਸਚਨ ਆਨਸਰ ਸਮਝਣ ਨੂੰ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਾ ਆਵੇ। ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਅਪ੍ਰੈਲ ਐਂਡ ਮਈ ਦਾ ਸਾਰਾ ਸਿਲੇਬਸ ਕਵਰ ਕਰ ਚੁੱਕੇ ਹਾਂ। ਇਸ ਦੇ ਵਿੱਚ ਤੁਹਾਡੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਸਾਰੇ ਚੈਪਟਰ, ਜਿਨ੍ਹਾਂ ਵਿੱਚ ਕਿ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਯੰਗ ਤਰਕਿਸ਼ ਕੈਟਾਸਟ੍ਰਫੀ, ਫੋਰਥ ਚੈਪਟਰ ਆ ਟਾਈਨੀ ਸੈਂਚੁਰੀ ਸ਼ਾਮਿਲ ਨੇ। ਇਹਨਾਂ ਚਾਰੇ ਲੈਸਨਸ ਦੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਤੁਹਾਡੀ ਸੈਕਿੰਡ ਬੁੱਕ ਦਾ ਲਿਟਰੇਰੀ ਪੈਟਲਸ ਦੇ ਚੈਪਟਰਸ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਫੋਰਥ ਚੈਪਟਰ ਦਾ ਗੈਂਬਲਿੰਗ ਮੈਚ ਸ਼ਾਮਿਲ ਨੇ। ਇਹਨਾਂ ਦੋਨੇ ਚੈਪਟਰਸ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਵੀਡੀਓਜ਼ ਅਤੇ ਕੁਐਸਚਨ ਆਨਸਰਸ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਇਸੇ ਬੁੱਕ ਦੀਆਂ ਕੁਝ ਪੋਇਮਸ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਪਹਿਲੀ ਪੋਇਮ ਹੈ ਬੋਰਡਰ ਗਾਰਡਸ, ਦੂਸਰੀ ਪੋਇਮ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ ਅਤੇ ਤੀਸਰੀ ਪੋਇਮ ਹੈ ਦਾ ਕੁਆਲਿਟੀ ਆਫ ਮਰਸੀ। ਇਹ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਅਤੇ ਨਾਲ ਹੀ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਸਟੂਡੈਂਟਸ, ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਜੁਲਾਈ ਅਤੇ ਅਗਸਤ ਦੇ ਸਿਲੇਬਸ ਦੇ ਵੀ ਕੁਝ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਦੇ ਵਿੱਚੋਂ ਡੀਅਰ ਟੂ ਆਲ ਦਾ ਮਿਊਜ਼ਿਕ ਦਾ 5th ਚੈਪਟਰ ਹੈ ਜੀ ਮਨੋ ਮਾਜਰਾ। ਇਸੇ ਤਰ੍ਹਾਂ ਤੁਹਾਡੀ ਦਾ ਲਿਟਰੇਰੀ ਪੈਟਲਸ ਦਾ 7ਵਾਂ ਚੈਪਟਰ ਹੈ ਦਾ ਇਟਰਨਲ ਵਾਈ। ਤਾਂ ਇਹਨਾਂ ਦੋਨਾਂ ਚੈਪਟਰਸ ਦੇ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਸਟੂਡੈਂਟਸ, ਤੁਹਾਡੀ ਪੋਇਮ ਦੇ ਟੈਕਸਟ ਅਤੇ ਗਲੋਸਰੀ ਵਾਲੀ ਟਰਮਸ ਤੋਂ ਬਾਅਦ ਅੰਡਰਸਟੈਂਡਿੰਗ ਦਾ ਪੋਇਮ ਸੈਕਸ਼ਨ ਦੇ ਵਿੱਚ ਤੁਹਾਨੂੰ ਟੋਟਲ 5 ਕੁਐਸਚਨਸ ਦਿੱਤੇ ਹੋਏ ਨੇ। ਤਾਂ ਆਪਾਂ ਇੱਕ ਵਾਰੀ ਇਹ ਸਾਰੇ ਕੁਐਸਚਨਸ ਪੜ੍ਹ ਲੈਣੇ ਆ। ਜਿਵੇਂ ਕਿ ਤੁਹਾਡਾ ਪਹਿਲਾ ਕੁਐਸਚਨ ਹੈ ਕਿ ਵਾਈ ਡਜ਼ ਦਾ ਪੋਇਟੈਸ ਯੂਜ਼ ਦਾ ਵਰਡ ਟੂਡੇ ਇਨ ਲਾਈਨ 1, ਵਟ ਡਜ਼ ਸ਼ੀ ਮੀਨ। ਤਾਂ ਪੋਇਮ ਦੀ ਪਹਿਲੀ ਲਾਈਨ ਦੇ ਵਿੱਚ ਇੱਕ ਵਰਡ ਆਉਂਦਾ ਹੈ ਬੱਚਿਓ ਟੂਡੇ। ਤਾਂ ਇਹ ਹੈ ਜੀ ਸਾਡੀ ਪੋਇਮ ਦੀ ਪਹਿਲੀ ਲਾਈਨ, ਐਵਰੀ ਵਰਚੂ ਰਿਕੁਆਇਰਸ ਟੂਡੇ। ਤਾਂ ਟੂਡੇ ਸ਼ਬਦ ਦੇ ਬਾਰੇ ਕੁਐਸਚਨ ਪੁੱਛਿਆ ਗਿਆ ਕਿ ਇਸ ਟੂਡੇ ਸ਼ਬਦ ਦਾ ਮਤਲਬ ਕੀ ਹੈ ਅਤੇ ਪੋਇਟ ਨੇ ਇਹ ਵਰਡ ਯੂਜ਼ ਕਿਉਂ ਕੀਤਾ। ਸੈਕਿੰਡ ਕੁਐਸਚਨ ਹੈ ਜੀ ਕਿ what are the various virtues listed by the poetess which require according to her a fancy dress। ਪੋਇਮ ਦੇ ਵਿੱਚ ਪੋਇਟੈਸ ਨੇ ਦੱਸਿਆ ਹੈ ਕਿ ਅੱਜ ਕੱਲ੍ਹ ਇੱਕੋ ਹੀ ਵਰਚੂ, ਮੇਨ ਵਰਚੂ ਰਹਿ ਗਈ ਹੈ, ਉਹ ਹੈ ਫੈਂਸੀ ਡਰੈਸ। ਤਾਂ ਕਿਹੜੀਆਂ ਮੇਨ ਵਰਚੂਜ਼ ਨੇ, ਵੇਰੀਅਸ ਵਰਚੂਜ਼ ਦਾ ਮਤਲਬ ਕਿਹੜੀਆਂ ਅਲੱਗ-ਅਲੱਗ ਵਰਚੂਜ਼ ਨੇ ਜੋ ਕਿ ਇਸ ਪੋਇਮ ਦੇ ਵਿੱਚ ਪੋਇਟੈਸ ਨੇ ਡਿਸਕਸ ਕੀਤੀਆਂ ਨੇ, ਜਿਨ੍ਹਾਂ ਨੂੰ ਕਿ ਜ਼ਰੂਰਤ ਹੈ ਆ ਫੈਂਸੀ ਡਰੈਸ ਦੀ। ਤੀਸਰਾ ਕੁਐਸਚਨ ਹੈ ਜੀ ਕਿ ਵਟ ਡਜ਼ ਦਾ ਪੋਇਟੈਸ ਮੀਨ ਵੈਨ ਸ਼ੀ ਸੇਜ਼ ਦ ਚਿਲਡਰਨ ਆਫ ਦਾ ਪੂਅਰ ਹੈਵ ਨਾਟ ਬੀਨ ਸੋ ਲੱਕੀ ਵੀ ਹੇਅਰ। ਤਾਂ ਪੋਇਮ ਦੀ 12ਵੀਂ ਲਾਈਨ ਹੈ ਬੱਚਿਓ, ਆਹ ਵਾਲੀ ਲਾਈਨ ਹੈ, ਜਿਸ ਦੇ ਵਿੱਚ ਕਵਿਤਰੀ ਨੇ ਇਹ ਵਰਡਸ ਯੂਜ਼ ਕੀਤੇ ਨੇ ਕਿ ਜਿਹੜੇ ਪੂਅਰ ਲੋਕਾਂ ਦੇ ਬੱਚੇ ਨੇ ਉਹ ਇੰਨੇ ਜ਼ਿਆਦਾ ਲੱਕੀ ਨਹੀਂ ਹਨ, ਇੰਨੇ ਜ਼ਿਆਦਾ ਖੁਸ਼ਕਿਸਮਤ ਨਹੀਂ ਹਨ ਜਿਵੇਂ ਕਿ ਸਾਨੂੰ ਸੁਣਦਾ ਹੈ। ਤਾਂ ਕੁਐਸਚਨ ਇਹਦੇ ਬਾਰੇ ਹੀ ਹੈ ਕਿ ਇਹ ਜਿਹੜੇ ਵਰਡਸ ਪੋਇਟੈਸ ਨੇ ਯੂਜ਼ ਕੀਤੇ ਨੇ ਇਹਨਾਂ ਦਾ ਕੀ ਮਤਲਬ ਹੈ, ਪੋਇਟੈਸ ਕੀ ਕਹਿਣਾ ਚਾਹੁੰਦੀ ਹੈ। ਫੋਰਥ ਕੁਐਸਚਨ ਹੈ ਕਿ ਬ੍ਰਿੰਗ ਆਊਟ ਦਾ ਆਇਰਨੀ ਕੰਟੇਨਡ ਇਨ ਦਾ ਲਾਸਟ 2 ਲਾਈਨਸ ਆਫ ਦਾ ਪੋਇਮ। ਤਾਂ ਆਇਰਨੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਬੱਚਿਓ ਕਿ ਜਦੋਂ ਕੋਈ ਇਨਸਾਨ ਕਹਿਣਾ ਕੁਝ ਚਾਹੁੰਦਾ ਹੈ ਲੇਕਿਨ ਉਸ ਦਾ ਮਨੋਰਥ ਕੋਈ ਹੋਰ ਹੁੰਦਾ ਹੈ, ਜਾਂ ਆਪਾਂ ਇਹ ਕਹਿ ਦਿੰਦੇ ਹਾਂ ਕਿ ਉਹ ਇੱਕ ਤਰ੍ਹਾਂ ਨਾਲ ਵਿਅੰਗ ਕਰ ਰਿਹਾ ਹੈ, ਸੈਟਾਇਰ ਕਰ ਰਿਹਾ ਹੈ, ਤਾਂ ਉਸ ਨੂੰ ਅਸੀਂ ਆਇਰਨੀ ਕਹਿੰਦੇ ਹਾਂ। ਤਾਂ ਜਿਹੜੀਆਂ ਪੋਇਮ ਦੀਆਂ ਲਾਸਟ 2 ਲਾਈਨਸ ਹੈ, ਤਾਂ ਲਾਸਟ 2 ਲਾਈਨਸ ਬੱਚਿਓ ਮੈਂ ਬਹੁਤ ਹੀ ਡਿਟੇਲ ਦੇ ਵਿੱਚ ਤੁਹਾਨੂੰ
ਪੋਇਮ ਦੇ ਵਿੱਚ ਡਿਸਕਸ ਕੀਤੀਆਂ ਨੇ ਕਿ ਗॉड ਇਨ ਹਿਜ਼ ਹੈਵਨ ਐਂਡ ਆਲ ਇਜ਼ ਰਾਈਟ ਵਿਦ ਦਿਸ ਥਿੰਕਿੰਗ ਵਰਲਡ। ਇਹ 15ਵੀਂ ਅਤੇ 16ਵੀਂ ਲਾਈਨਾਂ ਨੇ ਪੋਇਮ ਦੀਆਂ। ਤਾਂ ਕੁਐਸਚਨ ਇਹਦੇ ਬਾਰੇ ਹੀ ਹੈ ਕਿ ਇਹਨਾਂ ਦੋਨਾਂ ਲਾਈਨਸ ਦੇ ਵਿੱਚ ਆਇਰਨੀ ਕੀ ਹੈ, ਵਿਅੰਗ ਕੀ ਹੈ, ਪੋਇਟਸ ਨੇ ਕੀ ਆਇਰਨੀ ਯੂਜ਼ ਕੀਤੀ ਹੈ, ਇਹਦੇ ਬਾਰੇ ਸਾਨੂੰ ਦੱਸਣਾ ਹੈ। ਤੇ 5th ਕੁਐਸਚਨ ਹੈ ਜੀ ਕਿ ਗਿਵ ਇਨ ਅਬਾਊਟ 50 ਵਰਡ ਦਾ ਸੈਂਟਰਲ ਆਈਡੀਆ ਕੰਟੇਨਡ ਇਨ ਦਾ ਪੋਇਮ, ਕਿ ਪੋਇਮ ਦੇ ਵਿੱਚ ਜੋ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੈ, ਅਸੀਂ ਉਸ ਨੂੰ ਦੱਸੀਏ। ਤਾਂ ਬੱਚਿਓ ਅੱਜ ਮੈਂ ਤੁਹਾਡੇ ਲਈ ਜੋ ਕੰਪਰੀਹੈਂਸਿਵ ਆਨਸਰ ਲੈ ਕੇ ਆਇਆ ਹਾਂ, ਤਾਂ ਉਸ ਦੇ ਵਿੱਚ ਇਹ ਸਾਰੇ ਕੁਐਸਚਨਸ ਦੇ ਆਨਸਰ ਸ਼ਾਮਿਲ ਨੇ। ਅਤੇ ਇਸ ਤੋਂ ਇਲਾਵਾ ਵੀ ਜੋ ਮੈਨੂੰ ਲੱਗਦਾ ਹੈ ਕਿ ਐਗਜ਼ਾਮ ਦੇ ਵਿੱਚ ਕੋਈ ਵੀ ਇੰਪੋਰਟੈਂਟ ਕੁਐਸਚਨ ਜੋ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਤਾਂ ਮੈਂ ਉਹ ਸਾਰੇ ਕੁਐਸਚਨ ਇਸੇ ਆਨਸਰ ਦੇ ਵਿੱਚ ਡਿਸਕਸ ਕੀਤੇ ਨੇ। ਤਾਂ ਜਿਵੇਂ ਜਿਵੇਂ ਇਹ ਕੁਐਸਚਨਸ ਦੇ ਆਨਸਰਸ ਆਉਂਦੇ ਜਾਣਗੇ ਤੁਹਾਨੂੰ ਮੈਂ ਇਸ ਦੇ ਬਾਰੇ ਦੱਸਦਾ ਜਾਵਾਂਗਾ। ਤਾਂ ਸਟੂਡੈਂਟਸ ਅਸੀਂ ਪਹਿਲਾਂ ਕੁਐਸਚਨ ਪੜ੍ਹ ਲੈਂਦੇ ਹਾਂ ਕਿ ਗਿਵ ਇਨ ਯੋਰ ਓਨ ਵਰਡ ਦਾ ਸਮਰੀ ਸਬਸਟੈਂਸ ਡਿਵੈਲਪਮੈਂਟ ਆਫ ਥਾਟ ਸੈਂਟਰਲ ਆਈਡੀਆ ਆਫ ਦਾ ਪੋਇਮ ਦਾ ਫੈਂਸੀ ਡਰੈਸ ਸ਼ੋ। ਤਾਂ ਬੱਚੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਤੁਹਾਨੂੰ 6 ਨੰਬਰ ਦਾ ਪੁੱਛਿਆ ਜਾਂਦਾ ਹੈ, ਜਿਸ ਦੇ ਵਿੱਚ ਕਈ ਤਰੀਕੇ ਨਾਲ ਇਹ ਕੁਐਸਚਨ ਪੁੱਛਿਆ ਜਾਂਦਾ ਹੈ। ਇਸ ਦੇ ਵਿੱਚ ਪੋਇਮ ਦੀ ਸਮਰੀ ਵੀ ਪੁੱਛੀ ਜਾ ਸਕਦੀ ਹੈ, ਸਾਰ ਪੁੱਛਿਆ ਜਾ ਸਕਦਾ ਹੈ, ਸਬਸਟੈਂਸ ਵੀ ਸਾਰ ਹੀ ਹੁੰਦਾ ਹੈ, ਲੇਕਿਨ ਇਸ ਦੇ ਵਿੱਚ ਆਪਾਂ ਨੇ ਥੋੜ੍ਹਾ ਜਿਹਾ ਇਹ ਦੱਸਣਾ ਹੁੰਦਾ ਹੈ ਕਿ ਕਵੀ ਦਾ ਮਨੋਰਥ ਕੀ ਹੈ, ਡਿਵੈਲਪਮੈਂਟ ਆਫ ਥਾਟ ਕਿ ਕਵਿਤਾ ਕਿਸ ਤਰੀਕੇ ਦੇ ਨਾਲ ਸ਼ੁਰੂ ਹੁੰਦੀ ਹੈ, ਕਿਵੇਂ ਅੰਤ ਹੁੰਦੀ ਹੈ, ਤਾਂ ਉਹ ਸਾਨੂੰ ਡਿਵੈਲਪਮੈਂਟ ਦੱਸਣੀ ਹੁੰਦੀ ਹੈ। ਤੇ ਸੈਂਟਰਲ ਆਈਡੀਆ ਤੁਸੀਂ ਜਾਣਦੇ ਹੋ ਕੇਂਦਰੀ ਭਾਵ ਨੂੰ ਕਿਹਾ ਜਾਂਦਾ ਹੈ। ਤਾਂ ਇੱਦਾਂ ਦੇ ਕੁਐਸਚਨ ਵੀ ਪੁੱਛੇ ਜਾਂਦੇ ਨੇ। ਤਾਂ ਆਨਸਰ ਹੈ ਜੀ ਦਾ ਫੈਂਸੀ ਡਰੈਸ ਸ਼ੋ ਇਜ਼ ਰਿਟਨ ਬਾਏ ਕਮਲਾ ਦਾਸ। ਤਾਂ ਦਾ ਫੈਂਸੀ ਡਰੈਸ ਸ਼ੋ ਸਾਨੂੰ ਪਤਾ ਹੈ ਬੱਚਿਓ ਇਹ ਕਮਲਾ ਦਾਸ ਨੇ ਲਿਖੀ ਹੋਈ ਹੈ, ਸਾਡੀ ਇੰਡੀਅਨ ਪੋਇਟੈਸ ਹੈ ਇਹ। ਤਾਂ ਜਦੋਂ ਵੀ ਅਸੀਂ ਪੋਇਮ ਦਾ ਨਾਮ ਪਾਣਾ ਬੱਚਿਓ ਸਿੰਗਲ ਕੋਟਸ ਦੇ ਵਿੱਚ ਪਾਣਾ ਹੈ ਤੇ ਇਸ ਦੇ ਕੈਪੀਟਲ ਤੇ ਸਮਾਲ ਲੈਟਰਸ ਦਾ ਖਿਆਲ ਰੱਖਣਾ ਹੈ। ਇਸੇ ਤਰ੍ਹਾਂ ਕਮਲਾ ਦਾਸ ਦੇ ਸਪੈਲਿੰਗਸ ਤੇ ਕੈਪੀਟਲ ਲੈਟਰਸ ਦਾ ਵੀ ਖਿਆਲ ਰੱਖਣਾ ਹੈ। The poem is a beautiful social satire। ਤਾਂ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਤੁਹਾਨੂੰ ਮੈਂ ਸ਼ੁਰੂ 'ਚ ਦੱਸਿਆ ਸੀ ਕਿ ਇਹ ਪੋਇਮ ਇੱਕ ਤਰ੍ਹਾਂ ਦਾ ਸੋਸ਼ਲ ਸੈਟਾਇਰ ਹੈ। ਨਾਓ ਸੋਸ਼ਲ ਦਾ ਮਤਲਬ ਹੁੰਦਾ ਬੱਚਿਓ ਸਮਾਜਿਕ ਅਤੇ ਸੈਟਾਇਰ ਦਾ ਮਤਲਬ ਹੁੰਦਾ ਹੈ ਵਿਅੰਗ। ਇਹ ਇੱਕ ਸਮਾਜਿਕ ਸੈਟਾਇਰ ਹੈ, ਸਮਾਜਿਕ ਵਿਅੰਗ ਹੈ, ਸਮਾਜ ਦੇ ਉੱਪਰ ਕੀਤਾ ਹੋਇਆ ਵਿਅੰਗ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ। ਤਾਂ ਬੱਚਿਓ ਤੁਹਾਡੀ ਐਕਸਰਸਾਈਜ਼ ਦੇ ਵਿੱਚ ਪਹਿਲਾ ਕੁਐਸਚਨ ਆਇਆ ਸੀ ਕਿ ਪੋਇਮ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਇੱਕ ਵਰਡ ਟੂਡੇ ਆਇਆ, ਉਸ ਤੋਂ ਪੋਇਟੈਸ ਦਾ ਕੀ ਮਤਲਬ ਹੈ। ਤਾਂ ਉਹਦਾ ਆਨਸਰ ਮੈਂ ਇੱਥੇ ਇਨਕਲੂਡ ਕੀਤਾ ਹੈ ਕਿ ਦਾ ਪੋਇਟੈਸ ਲੈਸ਼ਿਜ਼ ਐਟ ਦਾ ਹਿਪੋਕ੍ਰਿਟਸ ਆਫ ਦੀ ਸੋਸਾਇਟੀ ਐਟ ਦਾ ਪ੍ਰੈਜ਼ੈਂਟ ਟਾਈਮ, ਕਿ ਕਵਿਤਰੀ ਨੇ ਇੱਕ ਤਰੀਕੇ ਦੇ ਨਾਲ ਭੰਡਿਆ ਹੈ ਨਾ। ਲੈਸ਼ਿਜ਼ ਐਟ ਦਾ ਮਤਲਬ ਜਦੋਂ ਆਪਾਂ ਕਿਸ ਦੀ ਆਲੋਚਨਾ ਕਰਦੇ ਹਾਂ, ਵੈਸੇ ਕਿਸੇ ਨੂੰ ਹਿੱਟ ਕਰਨ ਨੂੰ ਵੀ ਲੈਸ਼ਿਜ਼ ਐਟ ਕਹਿੰਦੇ ਆ, ਲੇਕਿਨ ਇੱਥੇ ਹਿੱਟ ਕਰਨਾ ਨਹੀਂ ਹੈ, ਇੱਥੇ ਕਿਸੇ ਨੂੰ ਭੰਡਣਾ ਹੈ ਜਾਂ ਉਸ ਦੀ ਆਲੋਚਨਾ ਕਰਨ ਤੋਂ ਕਿਹਾ ਜਾਂਦਾ ਹੈ। ਤੇ ਕਵਿਤਰੀ ਨੇ ਕਿਸ ਦੀ ਆਲੋਚਨਾ ਕੀਤੀ ਹੈ? ਦਾ ਹਿਪੋਕ੍ਰਿਟਸ ਬੱਚਿਓ ਕਿਹਾ ਜਾਂਦਾ ਹੈ ਉਸ ਇਨਸਾਨ ਨੂੰ ਜੋ ਬਾਹਰੋਂ ਕੁਝ ਹੋਰ ਦਿਖਦਾ ਹੈ ਲੇਕਿਨ ਉਹ ਅਸਲ ਵਿੱਚ ਕੁਝ ਹੋਰ ਹੈ, ਜਿਸ ਨੂੰ ਆਪਾਂ ਪਖੰਡੀ ਜਾਂ ਢੋਂਗੀ ਵੀ ਕਹਿ ਸਕਦੇ ਹਾਂ। ਇੱਕ ਪਖੰਡੀ ਪਰਸਨ ਨੂੰ ਹਿਪੋਕ੍ਰਿਟ ਕਿਹਾ ਜਾਂਦਾ। ਤਾਂ ਉਸ ਨੇ ਇਹਨਾਂ ਨੂੰ ਆਲੋਚਨਾ ਕੀਤੀ ਹੈ ਇਹਨਾਂ ਲੋਕਾਂ ਦੀ ਐਟ ਦਾ ਪ੍ਰੈਜ਼ੈਂਟ ਟਾਈਮ। ਤਾਂ ਇਹ ਕਹਿਣ ਦੀ ਗੱਲ ਹੈ ਕਿ ਅਜੋਕੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੀ ਆਲੋਚਨਾ ਕੀਤੀ ਹੈ, ਪਖੰਡੀ ਲੋਕਾਂ ਦੀ, ਢੋਂਗੀ ਲੋਕਾਂ ਦੀ। ਪੁਰਾਣੇ ਸਮੇਂ 'ਚ ਅਜਿਹਾ ਨਹੀਂ ਸੀ, ਇਸ ਤਰ੍ਹਾਂ ਦੇ ਪਖੰਡੀ ਲੋਕ ਨਹੀਂ ਸੀ ਹੁੰਦੇ, ਲੇਕਿਨ ਅੱਜ ਕੱਲ੍ਹ ਪਖੰਡੀ ਲੋਕਾਂ ਦੀ ਬਹੁਤਾਤ ਹੋ ਚੁੱਕੀ। ਕਵਿਤਰੀ ਨੇ ਇਹਨਾਂ ਦੀ ਹੀ ਆਲੋਚਨਾ ਕੀਤੀ ਹੈ। ਦਾ ਪੋਇਟੈਸ ਸੇਜ਼ ਦੈਟ ਐਵਰੀ ਵਰਚੂ ਟੂਡੇ ਰਿਕੁਆਇਰਸ ਅ ਫੈਂਸੀ ਡਰੈਸ। ਹੁਣ ਇੱਕ ਬੱਚਿਓ ਤੁਹਾਡਾ ਦੂਸਰਾ ਕੁਐਸਚਨ ਹੈ ਸੀ ਐਕਸਰਸਾਈਜ਼ ਦੇ ਵਿੱਚ ਕਿ ਕਿਹੜੀਆਂ ਵਰਚੂਜ਼ ਨੇ ਜੋ ਪੋਇਟੈਸ ਨੇ ਦੱਸੀਆਂ ਨੇ ਜਿਨ੍ਹਾਂ ਨੂੰ ਕਿ ਅੱਜ ਕੱਲ੍ਹ ਇੱਕ ਫੈਂਸੀ ਡਰੈਸ ਦੀ ਜ਼ਰੂਰਤ ਹੁੰਦੀ ਹੈ। ਤਾਂ ਬੱਚਿਓ ਤੁਸੀਂ ਇੱਥੋਂ ਹੀ ਆਨਸਰ ਲਿਖ ਸਕਦੇ ਹੋ ਕਿ ਦਾ ਪੋਇਟੈਸ ਸੇਜ਼ ਦੈਟ ਐਵਰੀ ਵਰਚੂ ਟੂਡੇ ਰਿਕੁਆਇਰਸ ਅ ਫੈਂਸੀ ਡਰੈਸ, ਕਿ ਹਰ ਇੱਕ ਜਿਹੜੀ ਵਰਚੂ ਹੈ ਅੱਜ ਕੱਲ੍ਹ, ਵਰਚੂ ਦਾ ਮਤਲਬ ਬੱਚੇ ਮੈਂ ਤੁਹਾਨੂੰ ਕੁਆਲਿਟੀ ਦੱਸਿਆ ਸੀ, ਗੁਣ ਦੱਸਿਆ ਸੀ, ਕਿ ਉਸ ਨੂੰ ਅੱਜ ਕੱਲ੍ਹ ਕੀ ਜ਼ਰੂਰਤ ਹੈ? ਇੱਕ ਫੈਂਸੀ ਡਰੈਸ ਦੀ ਜ਼ਰੂਰਤ ਹੈ। ਇਟ ਡਜ਼ ਨੋਟ ਰਿਕੁਆਇਰ ਦਾ ਨੋਬਿਲਿਟੀ ਆਫ ਦਾ ਹਾਰਟ। ਤਾਂ ਇਸ ਚੀਜ਼ ਨੂੰ ਇੱਥੇ ਇਟ ਦਾ ਮਤਲਬ ਇਸੇ ਵਰਚੂ ਨੂੰ ਹੀ ਕਿਹਾ ਗਿਆ ਹੈ ਕਿ ਵਰਚੂ ਨੂੰ ਅੱਜ ਕੱਲ੍ਹ ਇਸ ਗੱਲ ਦੀ ਜ਼ਰੂਰਤ ਨਹੀਂ ਹੈ ਕਿ ਉਹ ਦਿਲੋਂ ਨੇਕ ਹੋਵੇ। ਨੋਬਿਲਿਟੀ ਦਾ ਮਤਲਬ ਹੁੰਦਾ ਬੱਚਿਓ ਨੇਕੀ, ਅਤੇ ਹਾਰਟ ਅਸੀਂ ਦਿਲ ਨੂੰ ਕਹਿੰਦੇ ਹਾਂ, ਕਿ ਦਿਲੋਂ ਅਸੀਂ ਕੋਈ ਗੁਣ ਆਪਣੇ ਅੰਦਰ ਧਾਰਨ ਕਰੀਏ, ਇਹਦੀ ਜ਼ਰੂਰਤ ਨਹੀਂ ਹੈ। ਦਿਲ ਦੇ ਵਿੱਚ ਗੁਣ ਧਾਰਨ ਨਾਲੋਂ ਅਸੀਂ ਆਪਣੇ ਬਾਹਰ ਵਸਤਰ ਧਾਰਨ ਕਰ ਲਈਏ ਤੇ ਪਖੰਡੀ ਬਣ ਜਾਈਏ, ਢੋਂਗੀ ਬਣ ਜਾਈਏ, ਇਸ ਗੱਲ ਦੀ ਜ਼ਰੂਰਤ ਰਹੇਗੀ। ਫੈਂਸੀ ਡਰੈਸ ਦੀ ਜ਼ਰੂਰਤ ਰਹੇਗੀ, ਨੋਬਿਲਿਟੀ ਦੀ ਜ਼ਰੂਰਤ ਨਹੀਂ ਹੈ। ਫੋਰ ਐਗਜ਼ਾਮਪਲ ਅ ਪ੍ਰੀਸਟ ਨੀਡਸ ਨਾਟ ਟੂ ਬੀ ਪਾਇਸ। ਕਹਿੰਦੇ ਐਗਜ਼ਾਮਪਲ ਦੇ ਤੌਰ ਤੇ, ਫੋਰ ਐਗਜ਼ਾਮਪਲ ਦਾ ਮਤਲਬ ਉਦਾਹਰਨ ਦੇ ਤੌਰ ਤੇ, ਇੱਕ ਪੁਜਾਰੀ ਨੂੰ ਪਵਿੱਤਰ ਹੋਣ ਦੀ ਜ਼ਰੂਰਤ ਨਹੀਂ ਹੈ। ਪਾਇਸ ਦਾ ਮਤਲਬ ਹੁੰਦਾ ਬੱਚਿਓ ਪਵਿੱਤਰ। ਦੇਖੋ ਪੁਜਾਰੀ ਨੂੰ ਪਵਿੱਤਰ ਹੋਣਾ ਚਾਹੀਦਾ, ਬਿਕੋਜ਼ ਪੁਜਾਰੀ ਨੇ ਅਜਿਹੇ ਕੰਮ ਕਰਨੇ ਹੁੰਦੇ ਨੇ ਜੋ ਕਿ ਪਰਮਾਤਮਾ ਦੀ ਪੂਜਾ ਅਰਚਨਾ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੁੰਦੇ ਨੇ। ਜੇਕਰ ਉਹ ਆਪ ਹੀ ਪਵਿੱਤਰ ਨਹੀਂ ਹੈ ਤਾਂ ਅਸੀਂ ਫਿਰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਪੁਜਾਰੀ ਹੈ। ਲੇਕਿਨ ਅੱਜ ਦੇ ਸਮੇਂ 'ਚ
ਜੋ ਕਿ ਉਸ ਦੇ ਅੰਦਰ ਇਹ ਨੋਬਿਲਿਟੀ ਹੋਣੀ ਚਾਹੀਦੀ ਹੈ, ਉਸ ਦੇ ਦਿਲ ਦੇ ਵਿੱਚ ਇਹ ਨੇਕੀ ਹੋਣੀ ਚਾਹੀਦੀ ਹੈ ਕਿ ਉਹ ਪਵਿੱਤਰ ਹੋਵੇ, ਇਹਦੀ ਜ਼ਰੂਰਤ ਨਹੀਂ ਹੈ। ਫਿਰ ਉਸ ਨੂੰ ਕਿਸ ਦੀ ਜ਼ਰੂਰਤ ਹੈ? ਫੈਂਸੀ ਡਰੈਸ ਦੀ। ਹੀ ਹੈਜ਼ ਓਨਲੀ ਟੂ ਵੇਅਰ ਅ ਕੈਸਕ, ਉਸ ਨੂੰ ਸਿਰਫ ਕੈਸਕ ਦੀ ਜ਼ਰੂਰਤ ਹੈ। ਕੈਸਕ ਦਾ ਮਤਲਬ ਮੈਂ ਤੁਹਾਨੂੰ ਬੱਚਿਓ ਦੱਸਿਆ ਸੀ ਕਿ ਪਾਦਰੀ ਲੋਕ ਜਿਹੜੇ ਗਿਰਜਾ ਘਰ ਦੇ ਵਿੱਚ ਇੱਕ ਲੰਬਾ ਸਾਰਾ ਚੋਲਾ ਜਿਹਾ ਪਾਉਂਦੇ ਨੇ, ਉਸ ਡਰੈਸ ਨੂੰ ਅਸੀਂ ਕੈਸਕ ਕਹਿੰਦੇ ਹਾਂ। ਤਾਂ ਕੈਸਕ ਇੱਕ ਤਰ੍ਹਾਂ ਦੀ ਡਰੈਸ ਹੈ ਜੋ ਪਾਦਰੀ ਲੋਕ ਪਾਉਂਦੇ ਹਨ। ਇਸੇ ਤਰ੍ਹਾਂ ਪੋਇਟਸ ਇੱਕ ਹੋਰ ਐਗਜ਼ਾਮਪਲ ਲੈਂਦੀ ਹੈ ਕਿ ਅ ਪੋਲੀਟੀਸ਼ੀਅਨ ਨੀਡਸ ਨਾਟ ਟੂ ਬੀ ਫੇਅਰ, ਕਿ ਇੱਕ ਰਾਜਨੇਤਾ ਨੂੰ, ਪੋਲੀਟੀਸ਼ੀਅਨ ਰਾਜਨੇਤਾ ਨੂੰ ਕਿਹਾ ਜਾਂਦਾ ਹੈ ਕਿ ਉਸ ਨੂੰ ਨਿਆਂਪੂਰਵਕ ਹੋਣ ਦੀ ਜ਼ਰੂਰਤ ਨਹੀਂ ਹੈ। ਫੇਅਰ ਦਾ ਮਤਲਬ ਹੁੰਦਾ ਇੱਥੇ ਕਿ ਉਹ ਨਿਆਂ ਕਰਨ ਵਾਲਾ ਹੋਵੇ, ਸਭ ਨੂੰ ਨਿਆਂ ਦੇਵੇ, ਸਭ ਨਾਲ ਵਧੀਆ ਵਤੀਰਾ ਰੱਖੇ, ਤਾਂ ਉਸ ਨੂੰ ਫੇਅਰ ਹੋਣ ਦੀ ਜ਼ਰੂਰਤ ਨਹੀਂ ਹੈ, ਜੋ ਕਿ ਜ਼ਰੂਰਤ ਹੈ ਕਿ ਹੋਣਾ ਚਾਹੀਦਾ। ਦੇਖੋ ਇੱਕ ਰਾਜਨੇਤਾ ਤਾਂ ਉਹੀ ਹੈ ਨਾ ਜੋ ਹਰ ਅਮੀਰ ਤੇ ਗਰੀਬ ਲੋਕਾਂ ਦਾ ਖਿਆਲ ਰੱਖੇ, ਫੇਅਰ ਹੋਵੇ, ਕਿਸੇ ਦਾ ਪੱਖਪਾਤ ਨਾ ਕਰੇ। ਤਾਂ ਇਹ ਨੋਬਿਲਿਟੀ ਉਸ ਦੇ ਹਾਰਟ 'ਚ ਹੋਣੀ ਚਾਹੀਦੀ ਹੈ, ਲੇਕਿਨ ਇਹਦੀ ਜ਼ਰੂਰਤ ਨਹੀਂ ਹੈ। ਕਿਸ ਵਰਚੂ ਦੀ ਜ਼ਰੂਰਤ ਹੈ ਉਸ ਨੂੰ? ਫੇਰ ਫੈਂਸੀ ਡਰੈਸ। ਹੀ ਹੈਜ਼ ਓਨਲੀ ਟੂ ਡਰੈਸ ਲਾਈਕ ਅ ਸੇਂਟ, ਉਸ ਨੂੰ ਸਿਰਫ ਇੱਕ ਸੰਤ ਵਾਂਗੂ ਡਰੈਸ ਪਾਉਣ ਦੀ ਜ਼ਰੂਰਤ ਹੈ। ਤਾਂ ਮੈਂ ਤੁਹਾਨੂੰ ਐਕਸਪਲੇਨੇਸ਼ਨ ਕਰਦੇ ਹੋਏ ਪੋਇਮ ਦੇ ਵਿੱਚ ਦੱਸਿਆ ਸੀ ਕਿ ਜਿਵੇਂ ਮਹਾਤਮਾ ਗਾਂਧੀ ਜੀ ਖਾਦੀ ਦੇ ਕੱਪੜੇ ਪਾਉਂਦੇ ਸੀ, ਜੋ ਕਿ ਪਿਓਰਿਟੀ ਤੇ ਨੋਬਿਲਿਟੀ ਦੀ ਨਿਸ਼ਾਨੀ ਸੀ, ਤੇ ਮਹਾਤਮਾ ਗਾਂਧੀ ਜੀ ਨੇ ਜੋ ਕੰਮ ਕੀਤੇ ਨੇ ਬੱਚਿਓ, ਉਹ ਲੋਕਾਂ ਦੇ ਪਰਉਪਕਾਰ ਦੇ, ਨੇਕੀ ਵਾਲੇ ਕੀਤੇ ਨੇ। ਪਰੰਤੂ ਅੱਜ ਕੀ ਹੋ ਗਿਆ? ਅੱਜ ਲੋਕਾਂ ਨੇ ਮਹਾਤਮਾ ਗਾਂਧੀ ਜੀ ਵਾਂਗੂ ਕੱਪੜੇ ਪਾਣੇ, ਖਾਦੀ ਦੇ ਕੱਪੜੇ ਪਾਣੇ ਤਾਂ ਸ਼ੁਰੂ ਕਰ ਲਏ। ਉਹਨਾਂ ਨੇ ਉਹ ਡਰੈਸ ਤਾਂ ਇੱਕ ਸੰਤ ਵਰਗੀ ਪਾ ਲਈ, ਪਰ ਕੀ ਉਹ ਦਿਲੋਂ ਨੇਕ ਨੇ? ਨਹੀਂ, ਉਹਨਾਂ ਨੇ ਸਿਰਫ ਇੱਕ ਮੁਖੌਟਾ ਧਾਰਨ ਕਰਿਆ ਹੋਇਆ ਹੈ, ਹਿਪੋਕ੍ਰਿਟ ਬਣ ਗਏ ਉਹ। ਦੇ ਆਰ ਬਿਗ ਹਿਪੋਕ੍ਰਿਟਸ, ਤਾਂ ਉਹ ਬਹੁਤ ਵੱਡੇ ਢੋਂਗੀ ਨੇ। ਹਿਪੋਕ੍ਰਿਟਸ ਸ਼ਬਦ ਫੇਰ ਆਇਆ ਹੈ। ਹਿਪੋਕ੍ਰਿਟਸ ਦਾ ਮਤਲਬ ਪਖੰਡੀ, ਢੋਂਗੀ। ਹੁਣ ਢੋਂਗੀ ਕਰ ਰਹੇ ਨੇ, ਕੱਪੜੇ ਉਹਨਾਂ ਨੇ ਦੇਖੋ ਰਾਜਨੇਤਾਵਾਂ ਵਰਗੇ ਪਾ ਰੱਖੇ ਨੇ, ਕੱਪੜੇ ਉਹਨਾਂ ਨੇ ਪੁਜਾਰੀਆਂ ਵਰਗੇ ਪਾ ਰੱਖੇ ਨੇ, ਦਿਲੋਂ ਉਹ ਨੇਕ ਨਹੀਂ ਹਨ। ਟੁਡੇ ਦਾ ਹੋਲੀ ਐਸ਼ ਮੇਕਸ ਆ ਫੋਰਹੈਡ ਲੀਗਲ, ਤਾਂ ਪੋਇਮ ਦੇ ਵਿੱਚ ਇੱਕ ਜਗ੍ਹਾ ਆਉਂਦੀ ਹੈ ਕਿ ਜੇਕਰ ਮੱਥੇ ਤੇ ਕੋਈ ਤਿਲਕ ਲਗਾ ਲਵੇ, ਹੋਲੀ ਐਸ਼, ਹੋਲੀ ਐਸ਼ ਦਾ ਮਤਲਬ ਰਾਖ ਨੂੰ ਕਿਹਾ ਜਾਂਦਾ ਹੈ, ਪਵਿੱਤਰ ਰਾਖ ਨੂੰ ਕਿਹਾ ਜਾਂਦਾ ਹੈ, ਕਿ ਉਹ ਲਗਾ ਲਵੇ ਤਾਂ ਉਸ ਦਾ ਜਿਹੜਾ ਮੱਥਾ ਹੈ ਉਹ ਲੀਗਲ ਬਣ ਜਾਂਦਾ ਹੈ, ਲॉफुल ਬਣ ਜਾਂਦਾ ਹੈ। ਲॉफुल ਕੀ ਬਣ ਗਿਆ? ਕਿ ਉਸ ਨੂੰ ਸਾਰੇ ਲੋਕ ਮੰਨਣ ਲੱਗੇ ਕਿ ਉਹ ਕੀ ਬਣ ਗਿਆ? ਸੰਤ ਬਣ ਗਿਆ। ਦਾ ਹੋਲੀ ਵਾਟਰ ਮੇਕਸ ਆ ਕੰਟੇਨਰ ਰਾਈਟ, ਉਹਨੇ ਹੱਥ ਦੇ ਵਿੱਚ ਇੱਕ ਭਾਂਡਾ ਫੜ ਲਿਆ। ਕੰਟੇਨਰ ਦਾ ਮਤਲਬ ਭਾਂਡੇ ਨੂੰ ਕਿਹਾ ਜਾਂਦਾ ਬੱਚਿਓ, ਕਿ ਕੋਈ ਉਸਨੇ ਬਰਤਨ ਪਕੜ ਲਿਆ ਜਿਸ ਦੇ ਵਿੱਚ ਉਸਨੇ ਪਾਣੀ ਪਾਇਆ ਹੋਇਆ, ਜਿਸ ਨੂੰ ਹੋਲੀ ਵਾਟਰ ਕਹਿੰਦਾ ਹੈ। ਹੁਣ ਹੱਥ 'ਚ ਉਸਦੇ ਕੰਟੇਨਰ ਦੇ ਵਿੱਚ ਹੋਲੀ ਵਾਟਰ ਹੈ, ਮੱਥੇ ਤੇ ਉਸਨੇ ਤਿਲਕ ਲਗਾਇਆ ਹੋਇਆ ਹੈ, ਤੇ ਉਹ ਸੰਤ ਬਣ ਗਿਆ, ਬਾਬਾ ਜੀ ਬਣ ਗਏ। ਤਾਂ ਇੱਕ ਤਰੀਕੇ ਨਾਲ ਉਹਨੇ ਫੈਂਸੀ ਡਰੈਸ ਪਾ ਲਈ, ਤਾਂ ਸਾਰੇ ਲੋਕ ਉਹਨੂੰ ਬਾਬਾ ਜੀ ਮੰਨਣ ਲੱਗ ਗਏ। ਲੇਕਿਨ ਕੀ ਉਹ ਵਾਕਈ ਸ਼ਬਦਾਂ ਦੇ ਵਿੱਚ ਬਾਬਾ ਜੀ ਹੈ? ਕਿ ਉਹ ਦਿਲੋਂ ਨੇਕ ਹੈ? ਨਹੀਂ, ਉਹ ਵੀ ਪਖੰਡੀ ਹੈ, ਉਹ ਵੀ ਢੋਂਗੀ ਹੈ, ਉਹ ਵੀ ਹਿਪੋਕ੍ਰਿਟ ਹੈ। ਕਾਮਨ ਮੈਨ ਮੇਕ ਕਨਫੈਸ਼ਨਸ ਟੂ ਦਾ ਪ੍ਰੀਸਟ ਇਨ ਦਾ ਡੇ, ਹੁਣ ਜਿਹੜੇ ਆਮ ਲੋਕ ਨੇ ਉਹ ਕਨਫੈਸ਼ਨ ਕਰਦੇ ਨੇ। ਕਨਫੈਸ਼ਨ ਦਾ ਮਤਲਬ ਮੰਨਣਾ, ਕਿਸੇ ਗੱਲ ਨੂੰ ਮੰਨਣਾ ਕਿ ਹਾਂ ਅਸੀਂ ਗਲਤੀ ਕੀਤੀ ਹੈ, ਗਲਤੀ ਨੂੰ ਮੰਨਣ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ। ਤਾਂ ਉਹ ਪੁਜਾਰੀ ਲੋਕਾਂ ਦੇ ਅੱਗੇ ਦਿਨ ਦੇ ਵਿੱਚ ਤਾਂ ਦੇਖੋ ਗਲਤੀ ਮੰਨਦੇ ਨੇ, ਲੇਕਿਨ ਇਸ ਦੇ ਵਿੱਚ ਵੀ ਬੱਚਿਓ ਪੋਇਟਸ ਨੇ ਆਲੋਚਨਾ ਕੀਤੀ ਹੈ ਕਿ ਇਹ ਜਿਹੜੀ ਗਲਤੀ ਮੰਨਣ ਦਾ ਕੰਮ ਵੀ ਹੈ, ਇਹ ਕਿੱਥੇ ਹੁੰਦਾ ਹੈ? ਇੱਕ ਡਾਰਕ ਰੂਮ ਦੇ ਵਿੱਚ ਹੁੰਦਾ ਹੈ, ਹਨੇਰੇ ਕਮਰੇ ਦੇ ਵਿੱਚ ਹੁੰਦਾ ਹੈ, ਅਤੇ ਬਹੁਤ ਹੀ ਹੌਲੀ ਜਿਹੀ ਆਵਾਜ਼ ਦੇ ਵਿੱਚ ਗਲਤੀ ਮੰਨੀ ਜਾਂਦੀ ਹੈ। ਮੰਬਲ ਸ਼ਬਦ ਆਇਆ ਸੀ, ਆਪਾਂ ਐਕਸਪਲੇਨੇਸ਼ਨ ਦੇ ਵਿੱਚ ਪੜ੍ਹਿਆ ਸੀ ਕਿ ਉਹ ਬੜੀ ਹੌਲੀ ਜਿਹੀ ਆਵਾਜ਼ ਦੇ ਵਿੱਚ ਗਲਤੀ ਮੰਨਦੇ ਨੇ। ਕਿਉਂ ਬਈ? ਜੇਕਰ ਸਾਡੇ ਤੋਂ ਗਲਤੀ ਹੋਈ ਹੈ, ਸਾਨੂੰ ਖੁੱਲ੍ਹ ਕੇ ਮੰਨਣ 'ਚ ਕਿਉਂ ਗੁਰੇਜ਼ ਹੈ? ਅਸੀਂ ਕਿਉਂ ਨਹੀਂ ਖੁੱਲ੍ਹ ਕੇ ਕਹਿ ਸਕਦੇ ਕਿ ਹਾਂ ਸਾਡੇ ਤੋਂ ਗਲਤੀ ਹੋਈ ਹੈ? ਅਸੀਂ ਸਮਾਜ ਦੇ ਵਿੱਚ ਕਿਉਂ ਨਹੀਂ ਐਕਸੈਪਟ ਕਰਦੇ ਕਿ ਸਾਡੇ ਤੋਂ ਗਲਤੀ ਹੋਈ ਹੈ, ਸਾਨੂੰ ਮਾफ़ ਕੀਤਾ ਜਾਵੇ? ਬਜਾਏ ਇਸ ਦੇ ਕਿ ਅਸੀਂ ਖੁੱਲ੍ਹ ਕੇ ਸਾਰੀ ਪਬਲਿਕ ਦੇ ਸਾਹਮਣੇ ਆਪਣੀ ਗਲਤੀ ਨੂੰ ਮੰਨੀਏ, ਅਸੀਂ ਕੀ ਕਰਦੇ ਹਾਂ? ਅਸੀਂ ਜਾਂਦੇ ਹਾਂ ਇੱਕ ਹਨੇਰੇ ਕਮਰੇ 'ਚ, ਡਾਰਕ ਰੂਮ ਦੇ ਵਿੱਚ, ਉੱਥੇ ਇੱਕ ਪ੍ਰੀਸਟ ਬੈਠਾ ਹੈ, ਉਹਦੇ ਨਾਲ ਅਸੀਂ ਬੈਠ ਕੇ ਉਸ ਨੂੰ ਕਹਿੰਦੇ ਹਾਂ ਕਿ ਮੇਰੇ ਤੋਂ ਇਹ ਗਲਤੀ ਹੋ ਗਈ, ਮੈਨੂੰ ਹੁਣ ਪਰਮਾਤਮਾ ਤੋਂ ਮਾਫੀ ਦਿਲਾਈ ਜਾਵੇ। ਤੇ ਪ੍ਰੀਸਟ ਵੀ ਉਸ ਦੀ ਸਪੋਰਟ ਕਰਦਾ ਹੈ ਕਿ ਹਾਂ ਇਸ ਇਨਸਾਨ ਤੋਂ ਅਣਜਾਣੇ 'ਚ ਗਲਤੀ ਹੋ ਗਈ, ਪਰਮਾਤਮਾ ਇਸ ਨੂੰ ਮਾਫ ਕਰੇ। ਕੀ ਇਹ ਗੱਲ ਸਹੀ ਹੈ? ਤਾਂ ਇੱਥੇ ਇੱਕ ਕੁਐਸਚਨ ਪੋਇਟਸ ਉਠਾਉਂਦੀ ਹੈ। ਪੋਇਟਸ ਇੱਥੇ ਇਹ ਵੀ ਕਹਿਣਾ ਚਾਹੁੰਦੀ ਹੈ ਕਿ ਬਟ ਐਟ ਨਾਈਟ ਦੇ ਡੂ ਦਾ ਸ਼ੇਮਫੁਲ ਐਕਟਸ, ਪਰ ਉਹੀ ਲੋਕ, ਉਹੀ ਪ੍ਰੀਸਟ ਲੋਕ ਰਾਤ ਨੂੰ ਬੁਰੇ ਕੰਮ ਕਰਦੇ ਨੇ, ਸ਼ੇਮਫੁਲ ਐਕਟਸ, ਅਜਿਹੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਸਾਨੂੰ ਸੁਣ ਕੇ ਬਹੁਤ ਹੀ ਬੁਰਾ ਲੱਗਦਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2
ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਟੂਡੇ ਦ ਪੀਪਲ ਟਰਾਈ ਟੂ ਸ਼ੋ ਦੇਅਰ ਫੇਕ ਪੈਟਰੀਓਟਿਜ਼ਮ। ਕਹਿੰਦੇ ਅੱਜ ਕੱਲ੍ਹ ਜਿਹੜੇ ਲੋਕ ਨੇ ਉਹ ਆਪਣੀ ਝੂਠੀ ਦੇਸ਼ ਭਗਤੀ ਨੂੰ ਦਿਖਾਉਣ ਦੇ ਲਈ ਢੋਂਗ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਉਹ ਆਪਣੀ ਝੂਠੀ ਦੇਸ਼ ਭਗਤੀ ਦਿਖਾਉਣ। ਇੱਥੇ ਪੈਟਰੀਓਟ ਸ਼ਬਦ ਬੱਚਿਓ ਪੋਇਮ ਦੇ ਵਿੱਚ ਆਇਆ ਸੀ, ਮੈਂ ਇੱਥੇ ਪੈਟਰੀਓਟਿਜ਼ਮ ਯੂਜ਼ ਕੀਤਾ ਹੈ। ਤਾਂ ਪੈਟਰੀਓਟਿਜ਼ਮ ਦਾ ਮਤਲਬ ਹੁੰਦਾ ਬੱਚਿਓ ਦੇਸ਼ ਭਗਤੀ, ਫੇਕ ਦਾ ਮਤਲਬ ਝੂਠੀ, ਕਿ ਉਹ ਝੂਠੀ ਦੇਸ਼ ਭਗਤੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਿਵੇਂ? ਦੇ ਗੋ ਔਨ ਲੌਂਗ ਫਾਸਟ, ਉਹ ਲੰਬੀਆਂ ਲੰਬੀਆਂ ਭੁੱਖ ਹੜਤਾਲਾਂ 'ਤੇ ਬੈਠਦੇ ਨੇ। ਫਾਸਟ ਦਾ ਮਤਲਬ ਇੱਥੇ ਬੱਚਿਓ ਜਦੋਂ ਆਪਾਂ ਵਰਤ ਰੱਖਦੇ ਹਾਂ ਉਹਨੂੰ ਕਹਿੰਦੇ ਆ, ਤਾਂ ਇੱਥੇ ਉਹੀ ਗੱਲ ਹੈ ਕਿ ਦੇ ਗੋ ਔਨ ਲੌਂਗ ਫਾਸਟ, ਕਿ ਉਹ ਲੰਬੀਆਂ ਭੁੱਖ ਹੜਤਾਲਾਂ 'ਤੇ ਬੈਠਦੇ ਨੇ, ਵਰਤ ਰੱਖਦੇ ਨੇ। ਬਟ ਨਥਿੰਗ ਹੈਪਨਸ ਟੂ ਦੈਮ, ਪਰ ਇੰਨੀ ਦੇਰ ਬੈਠਣ ਦੇ ਬਾਵਜੂਦ ਉਹਨਾਂ ਨੂੰ ਕੁਛ ਨਹੀਂ ਹੁੰਦਾ। ਕਈ ਵਾਰੀ ਹਫਤਾ 15 ਦਿਨ ਮਹੀਨਾ ਬੈਠੇ ਰਹਿੰਦੇ ਨੇ। ਨਥਿੰਗ ਹੈਪਨਸ, ਕੁਛ ਵੀ ਨਹੀਂ ਹੁੰਦਾ। ਟੂ ਦੈਮ, ਉਹਨਾਂ ਲੋਕਾਂ ਨੂੰ। ਇੱਥੇ ਦੈਮ ਕਿਹਨੂੰ ਕਿਹਾ ਗਿਆ? ਇਹੀ ਜਿਹੜੇ ਫੇਕ ਪੈਟਰੀਓਟ ਹੈ। ਬਟ ਦ ਪੂਅਰ ਆਰ ਨੋਟ ਸੋ ਲੱਕੀ, ਪਰੰਤੂ ਗਰੀਬ ਲੋਕ ਇੰਨੇ ਖੁਸ਼ਕਿਸਮਤ ਨਹੀਂ ਹਨ। ਤਾਂ ਬੱਚਿਓ ਇੱਕ ਤੁਹਾਡਾ ਕੁਐਸਚਨ ਵੀ ਆਇਆ ਸੀ, ਇਹ ਥਰਡ ਕੁਐਸਚਨ ਸੀ ਕਿ ਪੋਇਟਸ ਨੇ ਜਦੋਂ ਇੱਕ ਲਾਈਨ 'ਚ ਲਿਖਿਆ ਦ ਚਿਲਡਰਨ ਆਫ ਦ ਪੂਅਰ ਹੈਵ ਨਾਟ ਬੀਨ ਸੋ ਲੱਕੀ ਵੀ ਹੇਅਰ, ਤਾਂ ਇਹਦਾ ਮਤਲਬ ਕੀ ਹੈ? ਉਸੇ ਆਨਸਰ ਨੂੰ ਬੱਚਿਓ ਮੈਂ ਇੱਥੇ ਡਿਸਕਸ ਕੀਤਾ ਹੈ ਕਿ ਜਿਹੜੇ ਗਰੀਬ ਲੋਕ ਨੇ ਉਹ ਇੰਨੇ ਲੱਕੀ ਨਹੀਂ ਹਨ। ਦੇ ਡੂ ਨਾਟ ਸਰਵਾਈਵ ਵੈਨ ਦੇ ਹੈਵ ਟੂ ਗੋ ਵਿਦਆਊਟ ਫੂਡ ਫॉर ਮੈਨੀ ਡੇਜ਼, ਤਾਂ ਉਹ ਜ਼ਿੰਦਾ ਨਹੀਂ ਬਚਦੇ। ਸਰਵਾਈਵ ਦਾ ਮਤਲਬ ਹੁੰਦਾ ਬੱਚਿਓ ਜਿੰਦਾ ਬਚਣਾ, ਜਦੋਂ ਉਹਨਾਂ ਨੂੰ ਭੁੱਖੇ ਰਹਿਣਾ ਪੈਂਦਾ ਹੈ ਫॉर ਮੈਨੀ ਡੇਜ਼, ਬਹੁਤ ਦਿਨਾਂ ਦੇ ਲਈ। ਤਾਂ ਦੇਖੋ ਇੱਕ ਤਰੀਕੇ ਨਾਲ ਉਹ ਵੀ ਬਹੁਤ ਦਿਨਾਂ ਤੱਕ ਵਿਚਾਰੇ ਭੁੱਖ ਹੜਤਾਲ ਦਾ ਸ਼ਿਕਾਰ ਹੁੰਦੇ ਨੇ, ਤਾਂ ਉਹਨਾਂ ਨੂੰ ਵੀ ਬਹੁਤ ਦਿਨਾਂ ਤੱਕ ਬੱਚੇ ਭੁੱਖਾ ਰਹਿਣਾ ਪੈਂਦਾ ਹੈ, ਪਰੰਤੂ ਉਹ ਨਹੀਂ ਬਚਦੇ। ਉਹ ਲੋਕ ਬਚ ਜਾਂਦੇ ਨੇ, ਜਿਹੜੇ ਬੰਦੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਤਾਂ ਬਹੁਤ ਵੱਡੇ ਦੇਸ਼ ਭਗਤ ਹੈ, ਉਹ ਬਚ ਜਾਂਦੇ ਨੇ। ਇਹ ਗਰੀਬ ਲੋਕਾਂ ਦੇ ਬੱਚੇ ਨਹੀਂ ਬਚਦੇ। ਦ ਸਿਟੀ ਮੌਗਸ ਆਰ ਫੁੱਲ ਆਫ ਦ ਡੈਡ ਬੋਡੀਜ਼ ਆਫ ਦੀਜ਼ ਪੂਅਰ ਪੀਪਲ, ਤਾਂ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਮੌਗਸ ਨੇ, ਤਾਂ ਮੌਗ ਦਾ ਮਤਲਬ ਬੱਚੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਜਿਹੀ ਬਿਲਡਿੰਗ ਜਿੱਥੇ ਡੈਡ ਬੋਡੀਜ਼ ਰੱਖਿਆ ਜਾਂਦਾ ਹੈ, ਇਸ ਨੂੰ ਮੋਰਚਰੀ ਵੀ ਕਿਹਾ ਜਾਂਦਾ ਹੈ। ਕਹਿੰਦੇ ਇਹ ਭਰੀਆਂ ਪਈਆਂ ਨੇ ਡੈਡ ਬੋਡੀਜ਼ ਦੇ ਨਾਲ, ਲਾਸ਼ਾਂ ਦੇ ਨਾਲ, ਇਹਨਾਂ ਪੂਅਰ ਲੋਕਾਂ ਦੀਆਂ ਲਾਸ਼ਾਂ ਦੇ ਨਾਲ ਭਰੀਆਂ ਹੋਈਆਂ ਨੇ। ਕਿਉਂ? ਕਿਉਂਕਿ ਵਿਚਾਰਿਆਂ ਨੇ ਲੱਕੀ ਨਹੀਂ ਸੀ, ਇੰਨੇ ਖੁਸ਼ਕਿਸਮਤ ਨਹੀਂ ਸੀ ਕਿ ਉਹ ਜ਼ਿਆਦਾ ਦਿਨਾਂ ਦੀ ਭੁੱਖ ਬਰਦਾਸ਼ਤ ਕਰ ਪਾਉਂਦੇ। The poetess says the God is in his heaven and all is right with the world. ਤਾਂ poetess ਕਹਿੰਦੀ ਹੈ ਕਿ ਪਰਮਾਤਮਾ ਤਾਂ ਆਪਣੇ ਹੈਵਨ 'ਚ ਬੈਠਾ ਹੈ ਅਤੇ ਇਸ ਸੰਸਾਰ 'ਚ ਸਾਰਾ ਕੁਝ ਠੀਕ ਹੈ। ਬਟ ਦਿਸ ਇਜ਼ ਅ ਸਟਿੰਕਿੰਗ ਐਂਡ ਰੋਟਨ ਵਰਲਡ, ਪਰੰਤੂ ਇਹ ਜਿਹੜਾ ਸੰਸਾਰ ਹੈ ਇਹ ਤਾਂ ਸਟਿੰਕਿੰਗ ਹੈ, ਰੋਟਨ ਹੈ। ਸਟਿੰਕਿੰਗ ਕਿ ਇਸ ਦੇ ਵਿੱਚੋਂ ਇੰਨੀ ਜ਼ਿਆਦਾ ਭੈੜੀ ਸਮੈਲ ਆ ਰਹੀ ਹੈ, ਅਤੇ ਰੋਟਨ ਬਿਲਕੁਲ ਖਰਾਬ ਹੋ ਚੁੱਕਿਆ ਹੈ। ਜਿਵੇਂ ਇੱਕ ਬੱਚੇ ਉਹ ਫਰੂਟ ਬਿਲਕੁਲ ਖਰਾਬ ਹੋ ਜਾਂਦਾ ਹੈ, ਗਲ ਸੜ ਜਾਂਦਾ ਹੈ, ਰੋਟਨ ਹੋ ਜਾਂਦਾ ਹੈ, ਬਿਲਕੁਲ ਉਸੇ ਤਰੀਕੇ ਦੀ ਇੱਥੇ ਵਰਡ ਕਵਿਤਰੀ ਨੇ ਯੂਜ਼ ਕੀਤੇ ਨੇ ਕਿ ਪਰਮਾਤਮਾ ਤਾਂ ਬੈਠਾ ਆਪਣੇ ਹੈਵਨ 'ਚ। ਹੈਵਨ ਦਾ ਮਤਲਬ ਸਵਰਗ, ਉਹ ਤਾਂ ਸਵਰਗ 'ਚ ਬੈਠਾ ਹੈ ਅਤੇ ਉਹਨੂੰ ਲੱਗਦਾ ਹੈ ਕਿ ਸੰਸਾਰ ਸਾਰਾ ਕੁਝ ਠੀਕ ਹੈ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਉਸ ਦਾ ਬਣਾਇਆ ਹੋਇਆ ਸੰਸਾਰ ਰੋਟਨ ਹੋ ਚੁੱਕਿਆ, ਖਰਾਬ ਹੋ ਚੁੱਕਿਆ, ਤੇ ਇਸ ਦੇ ਵਿੱਚੋਂ ਐਡੀ ਫਾਉਲ ਸਮੈਲ ਆ ਰਹੀ ਹੈ ਕਿ ਇੱਥੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ ਹੈ। ਇੱਥੇ ਸਟੂਡੈਂਟਸ ਇੱਕ ਹੋਰ ਕੁਐਸਚਨ ਤੁਹਾਡਾ ਐਕਸਰਸਾਈਜ਼ 'ਚ ਆਇਆ ਸੀ, ਫੋਰਥ ਕੁਐਸਚਨ ਸੀ ਕਿ ਪੋਇਮ ਦੀਆਂ ਜਿਹੜੀਆਂ ਲਾਸਟ 2 ਲਾਈਨਸ ਨੇ ਉਹਦੇ ਵਿੱਚ ਜੋ ਆਇਰਨੀ ਆਈ ਹੈ, ਜੋ ਵਿਅੰਗ ਹੈ ਕਵਿਤਾ ਦਾ, ਜੋ ਕਵਿਤਰੀ ਨੇ ਪੇਸ਼ ਕੀਤਾ ਹੈ, ਤਾਂ ਅਸੀਂ ਉਸ ਦੱਸਣਾ ਹੈ। ਤਾਂ ਮੈਂ ਉਹੀ ਲਾਈਨਸ ਦਾ ਆਨਸਰ ਇਹਨਾਂ ਲਾਈਨਾਂ ਦੇ ਵਿੱਚ ਡਿਸਕਸ ਕਰ ਰਿਹਾ ਹਾਂ। ਤਾਂ ਇਟ ਇਜ਼ ਫੁੱਲ ਆਫ ਮਾਸਡ ਪੀਪਲ, ਤਾਂ ਇਹ ਜਿਹੜਾ ਸੰਸਾਰ ਹੈ, ਇਟ ਦਾ ਮਤਲਬ ਇੱਥੇ ਸੰਸਾਰ ਨੂੰ ਹੀ ਕਿਹਾ ਗਿਆ ਕਿ ਇਹ ਅਜਿਹੇ ਲੋਕਾਂ ਨਾਲ ਭਰ ਗਿਆ ਜਿਨ੍ਹਾਂ ਨੇ ਆਪਣੇ ਚਿਹਰੇ 'ਤੇ ਨਕਾਬ ਪਾਇਆ ਹੋਇਆ, ਮਾਸਕ ਪਾਇਆ ਹੋਇਆ। ਮਾਸਕ ਕੌਣ ਪਾਉਂਦਾ ਬੱਚਿਓ? ਉਹੀ ਜੋ ਆਪਣੀ ਅਸਲ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕੁਝ ਹੋਰ ਢੋਂਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਇੱਥੇ ਮਾਸ ਪੀਪਲ ਦਾ ਮਤਲਬ ਹਿਪੋਕ੍ਰਿਟਸ ਤੋਂ ਹੀ ਹੈ, ਜਿਸ ਨੂੰ ਅਸੀਂ ਢੋਂਗੀ ਕਹਿ ਸਕਦੇ ਹਾਂ। ਦੇਅਰ ਇਜ਼ ਨੋਟ ਅ ਫਰੈਂਡ ਆਫ ਦਾ ਪੂਅਰ, ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜੋ ਕਿ ਗਰੀਬ ਲਾਚਾਰ ਲੋਕਾਂ ਦਾ ਫਰੈਂਡ ਹੋਵੇ। ਇੱਥੇ ਪੂਅਰ ਦਾ ਮਤਲਬ ਬੱਚਿਓ ਗਰੀਬ ਲੋਕ ਅਤੇ ਲਾਚਾਰ ਲੋਕ ਨੇ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਤਾਂ ਯਾਦ ਕਰੋ ਪੋਇਮ ਦੇ ਵਿੱਚ ਇੱਕ ਲਾਈਨ ਆਈ ਸੀ ਕਿ ਫੁੱਲ ਆਫ ਅਨਕਲੇਮਡ ਕੈਡਾਵਰਸ। ਤਾਂ ਅਨਕਲੇਮਡ ਕੌਣ ਹੈ ਬੱਚਿਓ? ਅਨਕਲੇਮਡ ਦਾ ਮਤਲਬ ਹੈ ਕਿ ਕੋਈ ਵਾਲੀ ਵਾਰਸ ਨਹੀਂ ਹੈ ਨਾ ਲੋਕਾਂ ਦਾ। ਈਵਨ ਗੋਡ ਸੀਮਸ ਟੂ ਫੇਵਰ ਦੀਜ਼ ਹਿਪੋਕ੍ਰਿਟਸ, ਸਾਨੂੰ ਤਾਂ ਇਹ ਲੱਗਦਾ ਹੈ ਕਿ ਜਿਹੜਾ ਪਰਮਾਤਮਾ ਹੈ ਉਹ ਵੀ ਇਹਨਾਂ ਹਿਪੋਕ੍ਰਿਟ ਲੋਕਾਂ ਦਾ, ਇਹ ਢੋਂਗੀ ਲੋਕਾਂ ਦੀ ਫੇਵਰ ਕਰਦਾ ਹੈ।
ਕਿਉਂਕਿ ਇਹ ਲੋਕ ਆਪਣਾ ਜੋ ਢੋਂਗ ਰਚਾ ਰਹੇ ਨੇ, ਰਚਾਈ ਜਾ ਰਹੇ ਨੇ, ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਤਾਂ ਇੱਥੇ ਬਹੁਤ ਹੀ ਪੈਸੀਮਿਜ਼ਮ ਵਾਲੀਆਂ ਗੱਲਾਂ ਆ ਰਹੀਆਂ ਇਸ ਪੋਇਮ 'ਚ। ਹੀ ਇਜ਼ ਇਨ ਹੈਵਨ ਐਂਡ ਡਜ਼ ਨੋਟ ਨੋਟਿਸ ਦਾ ਸਫਰਿੰਗ ਆਫ ਦਾ ਪੂਅਰ ਪੀਪਲ। ਤਾਂ ਇੱਥੇ ਹੀ ਦਾ ਮਤਲਬ ਪਰਮਾਤਮਾ ਤੋਂ ਹੈ ਕਿ ਪਰਮਾਤਮਾ ਆਪਣੇ ਸਵਰਗ 'ਚ ਬੈਠਾ ਹੈ, ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ, ਅਤੇ ਉਹ ਨੋਟਿਸ ਨਹੀਂ ਕਰ ਰਿਹਾ, ਬਿਲਕੁਲ ਧਿਆਨ 'ਚ ਨਹੀਂ ਲਿਆ ਰਿਹਾ ਸਾਡੇ ਗਰੀਬ ਲੋਕਾਂ ਦੀਆਂ ਸਫਰਿੰਗ ਦਾ ਮਤਲਬ ਮੁਸ਼ਕਲਾਂ, ਕਿ ਉਹਨਾਂ ਦੀਆਂ ਜੋ ਪ੍ਰੋਬਲਮਸ ਨੇ, ਜੋ ਮੁਸ਼ਕਲਾਂ ਨੇ, ਉਹਨਾਂ ਦੇ ਵੱਲ ਉਹਦਾ ਧਿਆਨ ਹੀ ਨਹੀਂ ਹੈ ਉਸ ਪਰਮਾਤਮਾ ਦਾ। ਉਹਨੂੰ ਲੱਗਦਾ ਹੈ ਕਿ ਸੰਸਾਰ ਵਿੱਚ ਸਭ ਕੁਝ ਠੀਕ ਹੈ। ਹੀ ਥਿੰਕਸ ਦੈਟ ਆਲ ਇਜ਼ ਰਾਈਟ ਵਿਦ ਦਾ ਵਰਲਡ। ਉਸ ਨੂੰ ਇਹ ਲੱਗਦਾ ਹੈ ਕਿ ਸੰਸਾਰ ਵਿੱਚ ਸਭ ਕੁਝ ਠੀਕ ਹੈ, ਹਾਲਾਂਕਿ ਅਜਿਹਾ ਨਹੀਂ ਹੈ। ਸੰਸਾਰ ਬਿਲਕੁਲ ਠੀਕ ਨਹੀਂ ਹੈ। ਇਹ ਹਿਪੋਕਰੀਟ ਲੋਕਾਂ ਦੇ ਨਾਲ ਭਰਿਆ ਹੋਇਆ ਹੈ। ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਸੰਸਾਰ ਕਿ ਇੱਥੇ ਗਰੀਬ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਤਾਂ ਬੱਚਿਓ, ਤੁਹਾਨੂੰ ਮੈਂ ਦੱਸਿਆ ਸੀ ਐਕਸਪਲੇਨੇਸ਼ਨ ਕਰਦੇ ਹੋਏ ਕਿ ਇਹ ਜਿਹੜੀਆਂ ਦੋ ਲਾਈਨਸ ਲਾਸਟ ਵਾਲੀਆਂ ਨੇ, ਬੇਸਿਕਲੀ ਰੋਬਰਟ ਬਰਾਊਨਿੰਗ ਨੇ ਆਪਣੀ ਇੱਕ ਵਰਸ ਡਰਾਮਾ ਹੈ ਪੀਪਾਜ਼ ਪੈਸੇਜ, ਉਸ ਦੇ ਵਿੱਚ ਕਈ ਸਾਰੇ ਸੌਂਗਸ ਨੇ। ਤਾਂ ਉਹਨਾਂ ਸੌਂਗਸ ਦੇ ਵਿੱਚੋਂ ਇੱਕ ਸੌਂਗ ਦੇ ਵਿੱਚ ਇਹ ਦੋ ਲਾਈਨਸ ਲਿਖੀਆਂ ਸੀ, ਤੇ ਉਸਨੇ ਲਾਈਨਸ ਮੈਂ ਪੜ੍ਹ ਕੇ ਸੁਣਾ ਦਿੰਦਾ। ਇਹ ਲਿਖਿਆ ਸੀ ਕਿ ਗੋਡ ਇਜ਼ ਇਨ ਹਿਜ਼ ਹੈਵਨ ਐਂਡ ਆਲ ਇਜ਼ ਰਾਈਟ ਵਿਦ ਦਿਸ ਵਰਲਡ। ਇਹਦੇ ਵਿੱਚ ਪੋਇਟੈਸ ਨੇ, ਕਮਲਾ ਦਾਸ ਨੇ ਥੋੜਾ ਜਿਹਾ ਚੇਂਜ ਕਰਕੇ ਇੱਕ ਵਰਡ ਵਿੱਚ ਪਾਤਾ, ਇੱਕ ਸ਼ਬਦ ਪਾਤਾ, ਉਹ ਪਾਇਆ ਸੀ ਸਟਿੰਕਿੰਗ। ਤਾਂ ਉਸਨੇ ਇਹ ਦੋ ਲਾਈਨਾਂ ਐਵੇਂ ਲਿਖੀਆਂ ਕਿ ਗੋਡ ਇਜ਼ ਇਨ ਹਿਜ਼ ਹੈਵਨ ਐਂਡ ਆਲ ਇਜ਼ ਰਾਈਟ ਵਿਦ ਦਿਸ ਸਟਿੰਕਿੰਗ ਵਰਲਡ। ਤਾਂ ਇੱਥੇ ਕਵਿਤਰੀ ਇਹ ਕਹਿਣਾ ਚਾਹੁੰਦੀ ਸੀ ਕਿ ਰੋਬਰਟ ਬਰਾਊਨਿੰਗ ਨੇ ਜਦੋਂ ਇਹ ਦੋ ਲਾਈਨਾਂ ਲਿਖੀਆਂ ਸੀ ਤਾਂ ਉਸ ਸਮੇਂ ਸੰਸਾਰ ਬਿਲਕੁਲ ਸਹੀ ਸੀ, ਲੇਕਿਨ ਅੱਜ ਇਹ ਸੰਸਾਰ ਉਹ ਜਿਹਾ ਨਹੀਂ ਰਿਹਾ। ਅੱਜ ਇਹ ਰੋਟਨ ਹੋ ਚੁੱਕਿਆ, ਸਟਿੰਕਿੰਗ ਹੋ ਚੁੱਕਿਆ, ਅਨਪਲੇਜ਼ੈਂਟ ਹੋ ਚੁੱਕਿਆ। ਤਾਂ ਸਟੂਡੈਂਟਸ, ਇਸੇ ਦੇ ਨਾਲ ਹੀ ਸਾਡੇ ਕੁਐਸਚਨ ਆਨਸਰਸ ਦਾ ਇਹ ਵੀਡੀਓ ਖਤਮ ਹੁੰਦਾ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰਾ ਆਨਸਰ ਸਮਝ ਆ ਚੁੱਕਿਆ ਹੋਵੇਗਾ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਮੈਂ ਆਪਣੇ ਵੱਲੋਂ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਤੁਹਾਨੂੰ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।